TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਸੰਦੀਪ ਨੰਗਲ ਅੰਬੀਆਂ ਦੇ ਗੋਲੀਆਂ ਮਾਰਨ ਵਾਲਾ ਸ਼ਾਰਪ ਸ਼ੂਟਰ ਗ੍ਰਿਫਤਾਰ। ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਨੂੰ ਕਰਨਾ ਪਿਆ ਆਤਮ ਸਮਰਪਣ। ਪੁਲਿਸ ਨੇ 10 ਸਾਲ ਤੋਂ ਭਗੌੜੇ ਅਤਵਾਦੀ ਨੂੰ ਕੀਤਾ ਗ੍ਰਿਫਤਾਰ। ਚਿੱਟਾ ਖਰੀਦਣ ਵੇਚਣ ਕਾਰਨ ਹੋਈ ਖੂਨੀ ਝੜਪ। ਪੰਜਾਬ ਵਿੱਚ ਠੇਕਾ ਕਰਮਚਾਰੀ ਨੂੰ ਪੱਕੇ ਕਰਨ ਸੰਬੰਧੀ ਕਵਾਇਦ ਸ਼ੁਰੂ। ਹੁਣ ਨਜਾਇਜ਼ ਮਾਈਨਿੰਗ ਰੋਕਣ ਲਈ ਵੀ ਪੰਜਾਬ ਸਰਕਾਰ ਨੇ ਕੀਤਾ ਟੋਲ ਫ੍ਰੀ ਨੰਬਰ ਜਾਰੀ ਅਤੇ ਕੁਝ ਹੋਰ ਜਾਣਕਾਰੀਆਂ। ਇਸ ਤੋਂ ਪਹਿਲਾਂ ਕਿ ਇਹਨਾਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਇਹ ਪ੍ਰੋਗਰਾਮ ਵੇਖ ਲੈਣਾ, ਸੁਣ ਲੈਣਾ। ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਆਪਣਾ ਫੇਸਬੁੱਕ ਪੇਜ ਹੈ TVN ਕੈਨੇਡਾ, ਉੱਥੇ ਵੀ ਗੇੜਾ ਮਾਰਦੇ ਰਿਹਾ ਕਰੋ। ਜਿਹੜੀਆਂ ਖਬਰਾਂ, ਜਿਹੜੀਆਂ ਜਾਣਕਾਰੀਆਂ ਆਪਣੇ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਨਹੀਂ ਕੀਤੀਆਂ ਜਾ ਸਕਦੀਆਂ ਜਾਂ ਨਹੀਂ ਕੀਤੀਆਂ ਹੁੰਦੀਆਂ ਤਾਂ ਉੱਥੇ ਤੁਹਾਨੂੰ ਉਹ ਮਿਲ ਸਕਦੀਆਂ ਨੇ। ਇਹਦੇ ਨਾਲ ਹੀ ਜੇਕਰ ਹਾਲੇ ਤੱਕ ਤੁਸੀਂ ਆਪਣਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਖਬਰਾਂ ਵਾਲਾ ਚਰਖਾ ਗੇੜੀਏ। ਤੁਹਾਨੂੰ ਯਾਦ ਹੋਣਾ ਹੈ ਕਿ ਪੰਜਾਬ ਦੀ ਇੱਕ ਬਹੁਤ ਵੱਡੀ ਖਬਰ, ਨਕੋਦਰ ਦੇ ਨੇੜੇ ਮੱਲੀਆਂ ਖੁਰਦ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ। ਸਿਰਫ ਪੰਜਾਬ ਜਾਂ ਭਾਰਤ ਪੱਧਰ ਦਾ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ ਤੱਕ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ, ਉਹਦੇ ਉੱਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਗਿਆ ਸੀ ਅਤੇ ਉਹਦਾ ਕਤਲ ਕਰ ਦਿੱਤਾ ਗਿਆ ਸੀ। ਹੁਣ ਸੰਦੀਪ ਨੰਗਲ ਅੰਬੀਆਂ ਤੇ ਗੋਲੀ ਚਲਾਉਣ ਦੇ ਮਾਮਲੇ ਦੇ ਵਿੱਚ ਇੱਕ ਵਿਅਕਤੀ ਵਾਂਟਡ ਸੀ, ਲੋੜੀਂਦਾ ਸੀ। ਕੌਸ਼ਲ ਗਰੋਹ ਦੇ ਸ਼ਾਰਪ ਸ਼ੂਟਰ ਵਿਕਾਸ ਦਈਆ, ਮਾਲਾ ਵੀ ਆਖਦੇ ਸੀ ਉਸ ਨੂੰ, ਉਰਫ ਮਾਲੇ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਦਿੱਲੀ ਪੁਲਿਸ ਨੇ ਦੱਸਿਆ ਕਿ ਕਈ ਦਿਨ ਅਸੀਂ ਟਰੈਪ ਲਾ ਕੇ ਰੱਖਿਆ, ਜਾਲ ਵਿਛਾ ਕੇ ਰੱਖਿਆ ਤੇ ਆਖਰਕਾਰ ਉਹਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋ ਗਏ। ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਸ਼ਾਰਪ ਸ਼ੂਟਰ ਦੇ ਖਿਲਾਫ ਵੱਖ-ਵੱਖ ਥਾਣਿਆਂ ਦੇ ਵਿੱਚ ਕਤਲ ਦੀ ਕੋਸ਼ਿਸ਼ ਵਰਗੇ 11 ਅਪਰਾਧਿਕ ਮੁਕੱਦਮੇ ਦਰਜ ਨੇ। ਪੁਲਿਸ ਜਾਂਚ ਦੇ ਵਿੱਚ ਜੋ ਕੁਝ ਸਾਹਮਣੇ ਆਇਆ ਕਿ 2019 ਤੋਂ ਹੁਣ ਤੱਕ ਵਿਕਾਸ ਮਾਲੇ 7 ਕਤਲ ਕਰ ਚੁੱਕਿਆ ਹੈ। ਦਿੱਲੀ ਪੁਲਿਸ ਨੇ ਯੂਪੀ, ਹਰਿਆਣਾ ਅਤੇ ਪੰਜਾਬ ਦੇ ਵਿੱਚ ਵਾਂਟਡ ਗੈਂਗਸਟਰ ਵਿਕਾਸ ਤੇ 50,000 ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। ਦਿੱਲੀ ਪੁਲਿਸ ਦਾ ਦਾਅਵਾ ਹੈ ਕਿ ਉਹ ਲੱਕੀ ਪਟਿਆਲ, ਬੰਬੀਹਾ ਤੇ ਕੌਸ਼ਲ ਦੇ ਅਪਰਾਧਿਕ ਗੱਠਜੋੜ ਦਾ ਮੁੱਖ ਗੈਂਗਸਟਰ ਸੀ। ਦਿੱਲੀ ਪੁਲਿਸ ਦਰਅਸਲ ਕਈ ਮਹੀਨਿਆਂ ਤੋਂ ਇਹਦੀ ਤਲਾਸ਼ ਕਰ ਰਹੀ ਸੀ ਅਤੇ ਮਾਲੇ ਦੇ ਕਈ ਸਾਥੀ ਪਹਿਲਾਂ ਹੀ ਉਹਨਾਂ ਨੇ ਗ੍ਰਿਫਤਾਰ ਕਰ ਲਏ ਸੀ। ਸਪੈਸ਼ਲ ਸੈੱਲ ਦੇ DCP ਮਨੀਸ਼ੀ ਚੰਦਰਾ ਨੇ ਦੱਸਿਆ ਕਿ ACP ਰਾਹੁਲ ਵਿਕਰਮ ਦੀ ਨਿਗਰਾਨੀ ਦੇ ਵਿੱਚ ਇੰਸਪੈਕਟਰ ਵਿਕਰਮ, ਸੰਦੀਪ ਅਤੇ ਨਿਸ਼ਾਂਤ ਦੀ ਟੀਮ ਨੇ ਸ਼ਨੀਚਰਵਾਰ ਨੂੰ DND ਫਲਾਈਓਵਰ ਤੋਂ ਵਿਕਾਸ ਨੂੰ ਗ੍ਰਿਫਤਾਰ ਕੀਤਾ। ਉਸ ਵਕਤ ਉਹਦੇ ਕੋਲੇ ਪਿਸਤੌਲ ਵੀ ਸੀ, ਕੁਝ ਕਾਰਤੂਸ ਵੀ ਸਨ। ਮਾਲੇ ਦਰਅਸਲ ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ਦੇ ਧਨਵਾਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਲੰਧਰ 'ਚ ਸਾਬਕਾ ਕੌਂਸਲਰ ਡਿਪਟੀ, ਸੋਡਲ ਰੋਡ ਦੇ ਕਾਰੋਬਾਰੀ ਟਿੰਕੂ ਅਤੇ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੇ ਮਾਮਲੇ ਦੇ ਵਿੱਚ ਵੀ ਵਿਕਾਸ ਮਾਲੇ ਦਾ ਨਾਮ ਸਾਹਮਣੇ ਆਇਆ ਸੀ। ਹੁਣ ਪੇਂਡੂ ਅਤੇ ਕਮਿਸ਼ਨਰੇਟ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਜਲੰਧਰ ਲਿਆਵੇਗੀ ਅਤੇ ਜਦੋਂ ਸ਼ਨੀਚਰਵਾਰ ਨੂੰ ਮਾਲੇ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਉਸਨੇ ਜਲੰਧਰ ਦੀ ਸ਼ਹਿਰੀ ਅਤੇ ਦਿਹਾਤੀ ਪੁਲਿਸ ਨਾਲ ਸੰਪਰਕ ਕਰਕੇ ਜਾਣਕਾਰੀ ਦਿੱਤੀ। ਉਹਦੇ ਤੋਂ ਬਾਅਦ ਜਲੰਧਰ ਦੇ SSP ਨੇ ਵੀ ਆਪਣੇ ਫੇਸਬੁੱਕ ਪੇਜ ਤੇ ਮਾਲੇ ਦੀ ਗ੍ਰਿਫਤਾਰੀ ਦਿਖਾ ਕੇ ਜਲੰਧਰ ਅਤੇ ਦਿੱਲੀ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਬਾਬਤ ਜਾਣਕਾਰੀ ਦਿੱਤੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ DCP ਮਨੀਸ਼ੀ ਚੰਦਰਾ ਨੇ ਦੱਸਿਆ ਕਿ ਮਾਲੇ ਦੀ ਗ੍ਰਿਫਤਾਰੀ ਕਰ ਲਈ ਗਈ ਹੈ, ਪਰ ਹੁਣ ਮਾਲੇ ਨੂੰ ਕਦੋਂ ਪੰਜਾਬ, ਕਦੋਂ ਜਲੰਧਰ ਲਿਆਂਦਾ ਜਾਂਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਇਹ ਕੁੰਡੀ ਬੀਤੇ ਦਿਨੀ ਖੁੱਲ੍ਹ ਗਈ ਸੀ ਕਿ ਅਸਲ ਦੇ ਵਿੱਚ ਜਿਹਨੇ ਗੋਲੀਆਂ ਵਰਾਈਆਂ, ਜਿਹਨੇ ਗੋਲੀਆਂ ਦਾਗੀਆਂ, ਜਿਸ ਦੀ ਗੋਲੀ ਦੇ ਕਾਰਨ ਸੰਦੀਪ ਨੰਗਲ ਅੰਬੀਆਂ ਦੀ ਮੌਤ ਹੋਈ, ਉਹ ਕੋਈ ਹੋਰ ਨਹੀਂ, ਉਹ ਮਾਲੇ ਸੀ। ਕਹਿਣ ਦਾ ਭਾਵ ਹੁਣ ਸੰਦੀਪ ਨੰਗਲ ਅੰਬੀਆਂ ਦਾ ਕਤਲ ਕਰਨ ਵਾਲਾ ਵਿਅਕਤੀ ਪੁਲਿਸ ਤੇ ਅੜਿੱਕੇ ਆ ਗਿਆ ਤੇ ਸੂਤਰਧਾਰ ਪਹਿਲਾਂ ਗ੍ਰਿਫਤਾਰ ਕਰ ਲਏ ਗਏ ਸਨ ਤੇ ਮਾਲੇ ਨੇ ਹੁਣ ਤੱਕ ਲੋਕ ਕਿੱਥੇ ਕਦੋਂ ਮਾਰੇ, ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਬੜੀ ਲਾਜ਼ਮੀ ਹੈ। ਜਾਣਕਾਰੀ ਦੇ ਅਨੁਸਾਰ ਜੂਨ 2019 ਦੇ ਵਿੱਚ ਹਰਿਆਣਾ ਕਾਂਗਰਸ ਦੇ ਲੀਡਰ ਅਤੇ ਬੁਲਾਰੇ ਵਿਕਾਸ ਚੌਧਰੀ ਦੀ ਦਿਨ ਦਿਹਾੜੇ ਮਾਲੇ ਨੇ ਹੱਤਿਆ ਕੀਤੀ। ਮਈ 2020 ਦੇ ਵਿੱਚ ਵਿਕਾਸ ਦਰੇਜਾ ਉਰਫ ਅੰਦਾਜ਼ ਨਾਮ ਦੇ ਵਿਅਕਤੀ ਦੀ ਵੀ ਗੁਰੂਗ੍ਰਾਮ ਦੇ ਵਿੱਚ ਇਸਨੇ ਦਿਨ ਦਿਹਾੜੇ ਹੱਤਿਆ ਕੀਤੀ। ਜੂਨ 2021 ਵਿੱਚ ਵਿਕਾਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬੁਲੰਦ ਸ਼ਹਿਰ UP ਦੇ ਵਿੱਚ ਸੰਜੇ ਪ੍ਰਧਾਨ ਦੀ ਹੱਤਿਆ ਕੀਤੀ। ਜੂਨ 2021 ਦੇ ਵਿੱਚ
ਜਲੰਧਰ ਦਿਹਾਤੀ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਖਮੀਤ ਸਿੰਘ ਉਰਫ ਡਿਪਟੀ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਮੌਤ ਕਰ ਦਿੱਤੀ, ਮੌਤ ਹਵਾਲੇ ਕਰ ਦਿੱਤਾ। ਤੇ ਬਠਿੰਡਾ ਦੇ ਵਿੱਚ ਜਨਵਰੀ 2022 ਦੇ ਵਿੱਚ ਦੂਹਰੇ ਕਤਲੇਆਮ ਨੂੰ ਅੰਜਾਮ ਦਿੱਤਾ। ਅਤੇ ਅੱਜ ਜਿਸ ਕਤਲकांड ਦਾ ਮੈਂ ਜ਼ਿਕਰ ਕਰ ਰਿਹਾ, ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ 14 ਮਾਰਚ 2022 ਨੂੰ ਇਸ ਨੇ ਸੰਦੀਪ ਨੰਗਲ ਅੰਬੀਆਂ ਦਾ ਕਤਲ ਕੀਤਾ ਸੀ। ਹੁਣ ਵੇਖੋ ਕਿ ਇਹ ਪੁੱਛਗਿੱਛ ਜਦੋਂ ਜਲੰਧਰ ਲਿਆ ਕੇ ਇਹਦੇ ਤੋਂ ਕੀਤੀ ਜਾਣੀ ਹੈ ਤੇ ਉਹਦੇ ਵਿੱਚ ਹੋਰ ਨਿਕਲ ਕੇ ਕੀ ਕੁਝ ਸਾਹਮਣੇ ਆਉਂਦਾ ਹੈ। ਤੇ ਅਗਲੀ ਘਟਨਾ ਵੀ ਕਿਸਾਨੀ ਸੰਘਰਸ਼ ਦੀ ਬਹੁਤ ਵੱਡੀ ਘਟਨਾ ਲਖੀਮਪੁਰ ਖੀਰੀ। ਤੁਹਾਨੂੰ ਚੇਤਾ ਹੀ ਹੋਣਾ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਹਾਲੇ ਵੀ ਮੋਦੀ ਹੋਰਾਂ ਦੇ ਮੰਤਰੀ ਮੰਡਲ ਵਿੱਚ ਨੇ। ਉਹਨਾਂ ਦਾ ਪੁੱਤਰ ਲਖੀਮਪੁਰ ਖੀਰੀ ਕਾਂਡ ਦਾ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਆਖਰਕਾਰ ਉਸ ਨੂੰ ਆਤਮ ਸਮਰਪਣ ਫਿਰ ਕਰਨਾ ਪੈ ਗਿਆ ਕਿਉਂਕਿ ਸੁਪਰੀਮ ਕੋਰਟ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ, ਜ਼ਮਾਨਤ ਵੀ ਖਾਰਜ ਕਰ ਦਿੱਤੀ ਸੀ। ਨਾਲ ਹੀ 1 ਹਫ਼ਤੇ ਦੇ ਵਿੱਚ ਅਦਾਲਤ ਦੇ ਸਾਹਮਣੇ ਪੇਸ਼ ਹੋਣ ਵਾਸਤੇ ਭਾਵ ਸਰੈਂਡਰ ਕਰਨ ਵਾਸਤੇ ਆਖ ਦਿੱਤਾ ਸੀ। ਉਹਦੇ ਤੋਂ ਬਾਅਦ ਦੋਸ਼ੀ ਆਸ਼ੀਸ਼ ਮਿਸ਼ਰਾ ਨੇ ਮੈਜਿਸਟ੍ਰੇਟ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਸੋਮਵਾਰ ਨੂੰ ਅਦਾਲਤ ਵਿੱਚੋਂ ਦਿੱਤੀ ਗਈ ਦਰਅਸਲ ਡੈਡਲਾਈਨ ਖਤਮ ਹੋ ਰਹੀ ਸੀ। ਉਹਦੇ ਤੋਂ ਪਹਿਲਾਂ ਐਤਵਾਰ ਵਾਲੇ ਦਿਨ ਆਸ਼ੀਸ਼ ਮਿਸ਼ਰਾ ਅਦਾਲਤ ਪਹੁੰਚਿਆ ਅਤੇ ਸਰੈਂਡਰ ਕਰ ਦਿੱਤਾ ਹੈ, ਜਿਸ ਤੋਂ ਬਾਅਦ ਦੋਸ਼ੀ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ। ਤੁਹਾਨੂੰ ਸ਼ਾਇਦ ਯਾਦ ਹੋਣਾ ਹੈ ਕਿ ਕਿਸਾਨੀ ਸੰਘਰਸ਼ ਚੱਲ ਰਿਹਾ ਸੀ। ਸਾਲ 2021 ਤੇ 3 ਅਕਤੂਬਰ ਦੀ ਬਾਅਦ ਦੁਪਹਿਰ ਲਖੀਮਪੁਰ ਖੀਰੀ ਦੇ ਵਿੱਚ ਇਹ ਘਟਨਾ ਵਾਪਰਦੀ ਹੈ, ਜਿਸ ਵਿੱਚ 8 ਲੋਕ ਮਾਰੇ ਗਏ ਸੀ। ਇਹ ਹਿੰਸਾ ਉਸ ਵਕਤ ਵਾਪਰੀ ਸੀ ਜਦੋਂ ਕੁਝ ਕਿਸਾਨ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਇਲਾਕੇ ਦੇ ਦੌਰੇ ਦਾ ਵਿਰੋਧ ਕਰ ਰਹੇ ਸੀ। ਯੂਪੀ ਪੁਲਿਸ ਦੀ ਸ਼ਿਕਾਇਤ ਦੇ ਅਨੁਸਾਰ ਇੱਕ ਗੱਡੀ ਜਿਸ ਵਿੱਚ ਆਸ਼ੀਸ਼ ਮਿਸ਼ਰਾ ਵੀ ਖੁਦ ਬੈਠਾ ਸੀ, ਉਹਨੇ 4 ਕਿਸਾਨਾਂ ਨੂੰ ਦਰੜ ਦਿੱਤਾ ਸੀ। ਘਟਨਾ ਤੋਂ ਬਾਅਦ ਗੁੱਸੇ 'ਚ ਆਏ ਕਿਸਾਨਾਂ ਨੇ ਜਿਹੜਾ ਗੱਡੀ ਦਾ ਇੱਕ ਡਰਾਈਵਰ ਸੀ ਅਤੇ 2 ਭਾਜਪਾ ਵਰਕਰਾਂ ਦਾ ਵੀ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ। ਇਸ ਵਿੱਚ ਇੱਕ ਪੱਤਰਕਾਰ ਦੀ ਵੀ ਮੌਤ ਹੋਈ ਸੀ। ਕੇਂਦਰ ਨੇ ਹੁਣ ਰੱਦ ਕੀਤੇ ਗਏ ਖੇਤੀ ਸੁਧਾਰ ਕਾਨੂੰਨ ਨੇ ਜਿਹੜੇ ਪਹਿਲਾਂ ਉਸ ਵਕਤ ਰੱਦ ਨਹੀਂ ਸੀ ਕੀਤੇ ਔਰ ਕਿਸਾਨ ਆਖ ਰਹੇ ਸੀ ਕਿ ਕਾਨੂੰਨ ਰੱਦ ਕੀਤੇ ਜਾਣ, ਵਾਪਸ ਲੈ ਜਾਣ। ਆਖਰਕਾਰ ਪਹਿਲਾਂ ਤਾਂ ਟਾਲਾ ਵੱਟਾ ਕੀਤਾ ਜਾ ਰਿਹਾ ਸੀ। ਯੂਪੀ ਦੀ ਪੁਲਿਸ ਵੀ ਇਸ ਕੇਸ ਵਿੱਚ ਹੱਥ ਨਹੀਂ ਸੀ ਪਾਉਣਾ ਚਾਹੁੰਦੀ, ਪਰ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਇੰਨੀਆਂ ਕਿ ਝਾੜਾਂ ਪਾਈਆਂ ਕਿ ਆਖਰਕਾਰ ਨਾ ਚਾਹੁੰਦਿਆਂ ਵੀ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰਨਾ ਪਿਆ ਸੀ। ਪਹਿਲਾਂ ਤਾਂ ਜਵਾਈਆਂ ਵਾਂਗੂ ਬਿਠਾ ਕੇ ਰੱਖਿਆ ਸੀ, ਪਰ ਬਾਅਦ ਵਿੱਚ ਉਹਦੀ ਗ੍ਰਿਫਤਾਰੀ ਕਰ ਦਿੱਤੀ ਸੀ। ਔਰ ਕੁਝ ਕੁ ਤੁਹਾਨੂੰ ਪਤਾ ਹੋਣਾ ਮਹੀਨੇ ਪਹਿਲਾਂ ਇਲਾਹਾਬਾਦ ਹਾਈ ਕੋਰਟ ਦੇ ਇੱਕ ਬੈਂਚ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਸੀ। ਉਸ ਜ਼ਮਾਨਤ ਦਾ ਵੀ ਵੱਡੇ ਪੱਧਰ ਤੇ ਵਿਰੋਧ ਹੋਇਆ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਸੀ ਅਤੇ ਇੱਕ ਵਾਰ ਫਿਰ ਆਸ਼ੀਸ਼ ਮਿਸ਼ਰਾ ਹੁਣ ਜੇਲ੍ਹ ਦੇ ਵਿੱਚ ਬੈਠਾ ਹੈ। ਤੇ ਆਹ ਖਬਰ ਵੀ ਲਗਭਗ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਨਾਲ ਹੀ ਸੰਬੰਧਿਤ ਹੈ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਭਾਵ AGTF ਨੇ ਮੋਸਟ ਵਾਂਟਡ ਅੱਤਵਾਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸਰਗਰਮ ਮੈਂਬਰ ਚਰਨਜੀਤ ਸਿੰਘ ਪਟਿਆਲਵੀ ਨੂੰ ਗ੍ਰਿਫਤਾਰ ਕੀਤਾ ਹੈ। ਦੱਸਣਾ ਬਣਦਾ ਕਿ ਪਟਿਆਲਵੀ 12 ਵਰ੍ਹਿਆਂ ਤੋਂ ਪੁਲਿਸ ਗ੍ਰਿਫਤ ਤੋਂ ਬਾਹਰ ਸੀ ਅਤੇ ਵੱਖ-ਵੱਖ ਨਾਂ, ਵੱਖ-ਵੱਖ ਪਹਿਚਾਣ ਪੱਤਰ ਅਤੇ ਵੱਖ-ਵੱਖ ਛੁਪਣਗਾਹਾਂ ਦੇ ਕਾਰਨ ਪੁਲਿਸ ਦੇ ਹੱਥ ਨਹੀਂ ਸੀ ਆ ਰਿਹਾ। DIG AGTF ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡ ਬੂਟਾ ਸਿੰਘ ਵਾਲਾ ਦੇ ਵਸਨੀਕ ਚਰਨਜੀਤ ਸਿੰਘ ਪਟਿਆਲਵੀ ਤੇ ਥਾਣਾ ਮਾਛੀਵਾੜਾ ਦੇ ਵਿੱਚ ਐਕਸਕਲੂਸਿਵ ਐਕਟ ਦੇ ਤਹਿਤ ਤੇ ਅਨਲੌਫੁਲ ਐਕਟੀਵਿਟੀਜ਼ ਐਕਟ ਦੇ ਅਧੀਨ ਮੁਕੱਦਮਾ ਦਰਜ ਕੀਤਾ ਹੋਇਆ ਸੀ। ਉਹਨਾਂ ਇਹ ਵੀ ਦੱਸਿਆ ਕਿ ਪਟਿਆਲਵੀ ਦੇ ਦੂਸਰੇ ਸਾਥੀ ਗੁਰਮੇਲ ਸਿੰਘ ਨੂੰ ਡੈਟੋਨੇਟਰ ਅਤੇ RDX ਸਮੇਤ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਚਰਨਜੀਤ ਸਿੰਘ ਪਟਿਆਲਵੀ 23 ਜੁਲਾਈ ਤੇ 2010 ਤੋਂ ਭਗੌੜਾ ਚੱਲਿਆ ਜਾ ਰਿਹਾ ਸੀ। ਚਰਨਜੀਤ ਦੀ ਗ੍ਰਿਫਤਾਰੀ ਡੇਰਾਬੱਸੀ ਦੇ ਪਿੰਡ ਲਾਲੀ ਦੇ ਗੁਰਦੁਆਰਾ ਸਾਹਿਬ ਦੇ ਨੇੜਿਓਂ ਹੋਈ ਹੈ। ਜਾਣਕਾਰੀ ਜਿਹੜੀ ਪੁਲਿਸ ਨੇ ਦਿੱਤੀ ਹੈ, ਦੱਸਿਆ ਕਿ ਪਟਿਆਲਵੀ ਗ੍ਰੰਥੀ ਦਾ ਭੇਸ ਬਣਾ ਕੇ ਗ੍ਰੰਥੀ ਦੇ ਤੌਰ ਤੇ ਪੱਛਮੀ ਬੰਗਾਲ ਦੇ ਖੜਗਪੁਰ ਸਥਿਤ ਗੁਰਦੁਆਰਾ ਸਾਹਿਬ ਵਿੱਚ ਰਹਿ ਰਿਹਾ ਸੀ। ਕਿਸੇ ਵੀ ਤਰ੍ਹਾਂ ਦੀ ਡਿਵਾਈਸ ਦੀ ਭਾਵ ਕਿਸੇ ਵੀ ਮੋਬਾਈਲ ਦੀ ਕਿਸੇ ਵੀ ਸੰਚਾਰ ਸਾਧਨ ਦੀ ਉਹ ਵਰਤੋਂ ਹੀ ਨਹੀਂ ਸੀ ਕਰਦਾ ਤਾਂ ਕਿ ਉਹਦਾ ਪਤਾ ਨਾ ਲੱਗ ਸਕੇ ਉਹ ਕਿੱਥੇ ਹੈ, ਕੌਣ ਹੈ। ਕਿਸੇ ਨਾਲ ਫੋਨ ਤੇ ਕਦੇ ਕੋਈ ਗੱਲ ਨਹੀਂ ਸੀ ਕਰਦਾ। ਉਹਦੇ ਕੋਲੋਂ ਜਦੋਂ ਹੁਣ ਫੜਿਆ ਗਿਆ, ਬੰਗਾਲ ਦੇ ਕੁਝ ਪਤੇ ਵਾਲੇ ਵੱਖਰੇ ਵੱਖਰੇ ਪਛਾਣ ਪੱਤਰ ਬਰਾਮਦ ਹੋਏ ਹੈ। ਹਾਲੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਦੋਂ, ਕਿੱਥੇ, ਕਿਵੇਂ, ਕਿਹਦੇ ਕੋਲ ਰਹਿੰਦਾ ਰਿਹਾ। DIG ਭੁੱਲਰ ਨੇ ਦੱਸਿਆ ਕਿ ਚਰਨਜੀਤ ਪਟਿਆਲਵੀ 2010 ਤੋਂ ਅੱਤਵਾਦੀ ਗਰੁੱਪ ਦਾ ਮੈਂਬਰ ਸੀ। ਉਸਨੇ ਸਾਲ 2007 ਦੇ ਵਿੱਚ ਲੁਧਿਆਣਾ ਦੇ ਸਿੰਗਾਰ ਸਿਨੇਮਾ ਦੇ ਵਿੱਚ ਬੰਬ ਧਮਾਕਾ ਕੀਤਾ। ਦੂਸਰਾ ਧਮਾਕਾ ਕਾਲੀ ਮਾਤਾ ਮੰਦਿਰ ਪਟਿਆਲਾ 'ਚ ਕੀਤਾ ਅਤੇ ਅੰਬਾਲਾ 'ਚ ਕੀਤਾ। ਪਟਿਆਲਵੀ ਦੇ ਬਾਕੀ ਸਾਥੀ 2010 ਵਿੱਚ ਗ੍ਰਿਫਤਾਰ ਕਰ ਲਏ ਗਏ ਸੀ, ਪਰ ਪਟਿਆਲਵੀ ਪੁਲਿਸ ਗ੍ਰਿਫਤ ਤੋਂ ਬਚਦਾ ਆ ਰਿਹਾ ਸੀ। ਪਰ ਆਖਰਕਾਰ ਪੁਲਿਸ ਅੜਿੱਕੇ ਆ ਗਿਆ।
ਇਸ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਆਪਣੀ ਇੱਕ ਵੱਡੀ ਕਾਮਯਾਬੀ ਦੱਸਿਆ ਜਾ ਰਿਹਾ ਹੈ। 12 ਸਾਲਾਂ ਤੋਂ ਇਹ ਫਰਾਰ ਮੋਸਟ ਵਾਂਟਡ ਅੱਤਵਾਦੀ ਪੁਲਿਸ ਤੋਂ ਬਚਣ ਦੇ ਵਾਸਤੇ ਕਦੇ ਆਪਣਾ ਨਾਮ ਬਦਲਦਾ ਸੀ, ਕਦੇ ਆਪਣਾ ਭੇਸ ਬਦਲਦਾ ਸੀ, ਕਦੇ ਕਿਸੇ ਸੂਬੇ ਵਿੱਚ ਰਹਿੰਦਾ ਸੀ, ਪਰ ਆਖਰਕਾਰ ਇਸੇ ਕਰਕੇ ਲੋਕ ਕਹਿੰਦੇ ਹੈ ਕਿ ਕਾਨੂੰਨ ਦੇ ਹੱਥ ਲੰਬੇ ਹੋਇਆ ਕਰਦੇ ਹੈ। ਲਗਾਤਾਰ ਸਾਰੀਆਂ ਪਹਿਚਾਣ ਬਦਲਣ ਤੋਂ, ਭੇਸ ਬਦਲਣ ਤੋਂ, ਸੂਬਾ ਬਦਲਣ ਤੋਂ ਬਾਅਦ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅਗਲਾ ਜਿਹੜਾ ਸੱਚਮੁੱਚ ਬਹੁਤ ਵੱਡਾ ਵਾਕਾ ਆਖਿਆ ਜਾ ਸਕਦਾ ਹੈ, ਪੰਜਾਬ ਦੇ ਵਿੱਚ ਸਰਕਾਰਾਂ ਬਦਲੀਆਂ ਨੇ ਪਰ ਚਿੱਟਾ ਲੋਕਾਂ ਦੇ ਘਰ ਅੱਜ ਵੀ ਉਜਾੜ ਰਿਹਾ ਹੈ। ਹਰ ਇੱਕ ਸਰਕਾਰ ਤਕਰੀਬਨ ਕਹਿੰਦੀ ਰਹੀ ਕਿ ਚਿੱਟਾ ਅਸੀਂ ਖਤਮ ਕਰ ਦਿਆਂਗੇ, ਨਸ਼ੇ ਦਾ ਭੋਗ ਪਾ ਦਿਆਂਗੇ। ਪਰ ਚਲੋ ਆਹ ਸਰਕਾਰ ਤਾਂ ਹਲੇ ਮਹੀਨੇ ਕੁ ਦੀ ਹੋਈ ਆ, ਅੱਜ ਤਾਂ ਰੁੜਨ ਵੀ ਨਹੀਂ ਲੱਗੀ, ਹਲ ਤਾਂ ਤੋਤਲੀ ਬੋਲੀ ਬੋਲਦੀ ਹੈ। ਪਰ ਪਹਿਲੀਆਂ ਸਰਕਾਰਾਂ ਨੇ ਵੀ ਕੀਤਾ ਕੱਖ ਨਹੀਂ। ਪਰ ਖਬਰ ਬਹੁਤ ਮਹੱਤਵਪੂਰਨ ਹੈ, ਇਹਦੇ ਵਿੱਚ ਖਾਕੀ ਤੇ ਵੀ ਦੋਸ਼ ਨੇ। ਮੋਗਾ ਦੇ ਵਿੱਚ ਚਿੱਟਾ ਵੇਚਣ ਤੇ ਖਰੀਦਣ ਦੇ ਕਾਰਨ ਦੋ ਧਿਰਾਂ ਦੇ ਦਰਮਿਆਨ ਖੂਨੀ ਝੜਪ ਹੋ ਗਈ। ਮੋਗਾ ਦਾ ਇੱਕ ਸਲਮ ਏਰੀਆ ਪੈਂਦਾ ਹੈ, ਉੱਥੇ ਤੇਜ਼ਧਾਰ ਹਥਿਆਰ ਵੀ ਚੱਲੇ, ਇੱਟਾਂ ਵੀ ਚੱਲੀਆਂ, ਪੱਥਰ ਵੀ ਚੱਲੇ। ਇੱਕ ਦੂਸਰੀ ਧਿਰ ਦੇ ਉੱਤੇ ਹਮਲੇ ਤਾਬੜਤੋੜ ਕੀਤੇ ਗਏ, ਜਿਸ ਦੇ ਕਾਰਨ ਖਬਰ ਹੈ ਕਿ ਕਈ ਵਿਅਕਤੀ ਜ਼ਖਮੀ ਹੋ ਗਏ ਨੇ ਅਤੇ ਸਾਰਾ ਘਟਨਾਕ੍ਰਮ ਇਹ CCTV ਕੈਮਰੇ 'ਚ ਵੀ ਕੈਦ ਹੋ ਗਿਆ ਹੈ। ਤੇ ਜਿਹੜੇ ਲੋਕ ਜ਼ਖਮੀ ਹੋਏ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਦੁਪਹਿਰ ਦਾ ਵੇਲਾ ਸੀ। ਨਸ਼ਾ ਖਰੀਦਣ ਅਤੇ ਵੇਚਣ ਵਾਸਤੇ ਸਲਮ ਇਲਾਕੇ ਦੇ ਵਿੱਚ ਕੁਝ ਨੌਜਵਾਨ ਇੱਕ ਆਟਾ ਚੱਕੀ ਕੋਲ ਆ ਕੇ ਆਪਣਾ ਮੋਟਰਸਾਈਕਲ ਸਟੈਂਡ ਤੇ ਲਾ ਕੇ ਖੜ ਗਏ। ਪਰ ਆਟਾ ਚੱਕੀ ਦੇ ਮਾਲਕ ਨੇ ਕਿ ਮੇਰੀ ਆਟਾ ਚੱਕੀ ਦੇ ਕੋਲ ਤੁਸੀਂ ਇਹ ਕੰਮ ਨਹੀਂ ਕਰ ਸਕਦੇ, ਇਤਰਾਜ਼ ਕੀਤਾ। ਉਹ ਕਹਿੰਦੇ ਤੂੰ ਕੌਣ ਹੈ ਵੀ ਸਾਨੂੰ ਰੋਕਣ ਵਾਲਾ, ਤੂੰ ਖਾਮ ਖਾਏ। ਉਹ ਕਹਿੰਦਾ ਨਹੀਂ, ਆਟਾ ਚੱਕੀ ਮੇਰੀ ਹੈ, ਤੁਸੀਂ ਇੱਥੇ ਆ ਨਜਾਇਜ਼ ਧੰਦਾ ਨਹੀਂ ਕਰ ਸਕਦੇ। ਬਸ ਇੰਨੇ 'ਚ ਹੀ ਝਗੜਾ ਸ਼ੁਰੂ ਹੋ ਗਿਆ। ਨਸ਼ੇੜੀਆਂ ਤੋਂ ਲੋਕ ਇਲਾਕੇ ਦੇ ਪਹਿਲਾਂ ਹੀ ਪਰੇਸ਼ਾਨ ਨੇ, ਆਲੇ ਦੁਆਲੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਇੱਕ ਦੂਸਰੇ ਦਾ ਤਕਰਾਰ ਵਧਦਾ ਵਧਿਆ ਤਲਵਾਰਾਂ ਤੇ ਹਥਿਆਰਾਂ ਤੱਕ ਜਾ ਪਹੁੰਚਿਆ। ਇੱਟਾਂ ਵੀ ਚੱਲੀਆਂ, ਰੋੜੇ ਵੀ ਚੱਲੇ। ਇਹ ਵੀ ਪਤਾ ਲੱਗਿਆ ਕਿ ਸਿਟੀ ਥਾਣੇ ਨੂੰ ਇਤਲਾਹ ਵੀ ਕਰ ਦਿੱਤੀ ਗਈ। ਥਾਣਾ ਸਿਟੀ ਦੱਖਣੀ ਤੋਂ ASI ਜਸਵਿੰਦਰ ਸਿੰਘ ਦੀ ਅਗਵਾਈ ਦੇ ਹੇਠ ਪੁਲਿਸ ਟੀਮ ਵੀ ਪਹੁੰਚੀ। ਇੱਕ ਨੌਜਵਾਨ ਨੂੰ ਦੱਸਿਆ ਜਾ ਰਿਹਾ ਹੈ ਕਿ ਹਿਰਾਸਤ ਵਿੱਚ ਲੈ ਲਿਆ ਤੇ ਬਾਕੀ ਫਰਾਰ ਹੋ ਗਏ। ਘਟਨਾ ਇਹ ਸਾਰੀ CCTV ਕੈਮਰੇ 'ਚ ਕੈਦ ਹੈ। ਤੇ ਪਿੰਡ ਦੇ ਲੋਕ, ਸ਼ਹਿਰ ਦੇ ਲੋਕ ਇਹ ਵੀ ਦੱਸਦੇ ਹੈ ਕਿ ਲਗਭਗ ਸਾਲ ਕੁ ਪਹਿਲਾਂ ਉਸੇ ਹੀ ਇਲਾਕੇ ਦੇ ਵਿੱਚ ਆਸ-ਪਾਸ ਦੇ ਜਿਹੜੇ ਨਸ਼ਾ ਕਰਨ ਵਾਲੇ ਲੋਕ ਸੀ, ਦੋ ਵਿਅਕਤੀਆਂ ਦਾ ਉੱਥੋਂ ਲਾਸ਼ਾਂ ਵੀ ਬਰਾਮਦ ਹੋਈਆਂ ਸੀ। ਨਿਵਾਸੀ ਇਹ ਵੀ ਦੱਸ ਰਹੇ ਨੇ ਕਿ ਸ਼ਿਕਾਇਤ ਸਾਡੀ ਇਹ ਹੈ ਕਿ ਕਈ ਵਾਰੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਸਾਡੇ ਇਲਾਕੇ ਦੇ ਵਿੱਚ ਨਸ਼ਾ ਵੇਚਿਆ ਤੇ ਖਰੀਦਿਆ ਜਾ ਰਿਹਾ ਹੈ, ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਪਰ ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਮੌਕੇ ਤੇ ਪਹੁੰਚੇ, ਇੱਕ ਵਿਅਕਤੀ ਹਿਰਾਸਤ ਵਿੱਚ ਲਿਆ ਪਰ ਨਸ਼ੀਲਾ ਪਦਾਰਥ ਬਰਾਮਦ ਕੋਈ ਨਹੀਂ ਹੋਇਆ। ਪਰ ਫਿਰ ਵੀ ਅਸੀਂ ਜਾਂਚ ਕਰ ਰਹੇ ਹਾਂ, ਨਸ਼ਾ ਵੇਚਣ ਵਾਲੇ ਬਖਸ਼ੇ ਤਾਂ ਨਹੀਂ ਜਾਣਗੇ। ਪਰ ਕੁਝ ਲੋਕ ਇਹ ਵੀ ਦੋਸ਼ ਲਾ ਰਹੇ ਨੇ ਕਿ 12:30 ਵਜੇ ਆ ਕੇ ਆਟਾ ਚੱਕੀ ਦੇ ਕੋਲ ਖੜੇ, ਅਸੀਂ ਉਸੇ ਵਕਤ ਸੂਚਨਾ ਦਿੱਤੀ, ਪਰ ਪੁਲਿਸ ਤਕਰੀਬਨ 5 ਵਜੇ ਦੇ ਨੇੜੇ ਤੇੜੇ ਪਹੁੰਚੀ। ਹੁਣ ਦੇਖੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਸੱਚਮੁੱਚ ਤੱਤੇ ਹੋਏ ਪਏ ਤੇ ਮੁੱਠੀਆਂ 'ਚ ਥੁੱਕੀ ਫਿਰਦੇ ਆ। ਸਰਕਾਰ ਤੋਂ ਵੀ ਆਸਾਂ ਉਮੀਦਾਂ ਬਹੁਤ ਨੇ ਤੇ ਖਾਕੀ ਨੂੰ ਵੀ ਬਦਲਣਾ ਪਊ। ਖਾਕੀ ਦੇ ਨਾਲ ਨਾਲ ਲੋਕਾਂ ਨੂੰ ਵੀ ਬਦਲਣਾ ਪਊ। ਤੇ ਅਗਲੀ, ਜਿਸ ਤਰ੍ਹਾਂ ਬਹੁਤ ਵੱਡਾ ਫਤਵਾ ਦਿੱਤਾ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ, ਉਮੀਦਾਂ ਵੀ ਓਡੀਆਂ ਵੱਡੀਆਂ ਨੇ। ਹੁਣ ਖਬਰਾਂ ਮਿਲ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਕੰਟਰੈਕਟ ਤੇ ਭਾਵ ਠੇਕੇ ਤੇ ਕੰਮ ਕਰਨ ਵਾਲੇ ਲੋਕਾਂ ਨੂੰ ਪੱਕੇ ਕਰਨ ਸੰਬੰਧੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਦਰਅਸਲ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ 35,000 ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ। ਹੁਣ ਜਾਣਕਾਰੀ ਇਹ ਹੈ ਤੇ ਅਪਡੇਟ ਇਹ ਹੈ ਕਿ ਇਹਦੇ ਵਾਸਤੇ ਉਹਨਾਂ ਨੇ ਇੱਕ ਕਮੇਟੀ ਬਣਾ ਦਿੱਤੀ ਹੈ ਜੋ ਇਹਨਾਂ ਕਰਮਚਾਰੀਆਂ ਦੀ ਗਿਣਤੀ ਕਰੂਗੀ। ਇਸ ਕਮੇਟੀ ਦੀ ਅਗਵਾਈ ਖਜ਼ਾਨਾ ਵਿਭਾਗ ਦੇ ਡਾਇਰੈਕਟਰ ਮੁਹੰਮਦ ਤੈਯਬ ਕਰਨਗੇ। ਉਹਨਾਂ ਦੇ ਨਾਲ ਅਨਿਲ ਗੁਪਤਾ ਡਿਪਟੀ ਸਕੱਤਰ ਆਮ ਰਾਜ ਪ੍ਰਬੰਧ ਵਿਭਾਗ ਮੈਂਬਰ ਦੇ ਵਜੋਂ ਨੇ, ਸਵਰਨਜੀਤ ਕੌਰ ਅਧੀਨ ਸਕੱਤਰ ਪਰਸੋਨਲ ਮੈਂਬਰ ਵਜੋਂ ਨੇ, ਸੋਨਾ ਮਨਦੀਪ ਜਸਵੰਤ ਸਿੰਘ ACFA ਮੈਂਬਰ ਸਕੱਤਰ ਦੇ ਤੌਰ ਤੇ ਇਸ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਹੈ। ਦੱਸਣਾ ਬਣਦਾ ਕਿ ਪਿਛਲੀ ਸਰਕਾਰ ਜਿਹੜੀ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿੱਚ ਸੀ, ਉਹਨਾਂ ਨੇ ਵੀ ਆਖਿਆ ਸੀ ਕਿ 36,000 ਅਸੀਂ ਕੱਚੇ ਮੁਲਾਜ਼ਮ ਪੱਕੇ ਕਰਨੇ ਆ, ਦਾਅਵਾ ਕੀਤਾ ਸੀ। ਮੈਂ ਉਹਨਾਂ ਦਿਨਾਂ 'ਚ ਪੰਜਾਬ ਵੀ ਗਿਆ ਸੀ, ਜਿੱਧਰ ਨੂੰ ਨਜ਼ਰ ਮਾਰਦੇ ਸੀ ਵੱਡੇ ਵੱਡੇ ਹੋਰਡਿੰਗ ਬੋਰਡ ਲੱਗੇ ਹੋਏ ਸੀ, ਪਰ ਸਿਰਫ ਬੋਰਡਾਂ ਤੱਕ ਹੀ ਸੀਮਿਤ ਹੋ ਗਿਆ। ਦਾਅਵਾ ਫੋਕਾ ਨਿਕਲਿਆ। ਉਹ ਕਹਿਣ ਦੇ ਬਾਵਜੂਦ ਵੀ ਕੰਮ ਕਰ ਨਾ ਸਕੇ। ਫਾਈਲ ਉਹਨਾਂ ਨੇ ਗਵਰਨਰ ਨੂੰ ਭੇਜੀ ਸੀ, ਪਰ ਗਵਰਨਰ ਦੇ ਦਫ਼ਤਰ ਦੇ ਵੱਲੋਂ ਕੁਝ ਕਿੰਤੂ ਭਾਵ ਆਬਜੈਕਸ਼ਨ ਲਾ ਕੇ ਵਾਪਸ ਕੀਤਾ ਗਿਆ ਸੀ। ਚੰਨੀ ਸਰਕਾਰ ਉਹਨਾਂ ਇਤਰਾਜ਼ਾਂ ਨੂੰ ਦੂਰ ਨਹੀਂ ਸੀ ਕਰ ਸਕੇ। ਪਰ ਦੇਖਣਾ ਬਣਦਾ ਹੈ
कि भगवंत मान होरी भी आख चुका कि 35,000 कच्चे मुलाजम पक्के करने हैं। कि ये अपने फैसले ਨੂੰ ਤੋੜ ਨਿਭਾ ਸਕਣਗੇ? ਦੱਸਣਾ ਬਣਦਾ ਕਿ ਜਿੰਨੀ ਦੇਰ ਤੱਕ ਉਹਨਾਂ ਨੇ ਆਖਿਆ ਸੀ ਕਿ ਇਹ ਕੱਚੇ ਕਾਮੇ ਪੱਕੇ ਨਹੀਂ ਨਾ ਹੋ ਜਾਂਦੇ, ਉਨੀ ਦੇਰ ਤੱਕ ਕਿਉਂਕਿ ਉਹਨਾਂ ਵਿਭਾਗਾਂ ਨੂੰ ਇਹਨਾਂ ਕਾਮਿਆਂ ਦੀ ਜ਼ਰੂਰਤ ਹੈ, ਇਸ ਕਰਕੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਇੱਕ ਸਾਲ ਦਾ ਵਾਅਦਾ ਕਰ ਦਿੱਤਾ ਗਿਆ ਸੀ। ਪਰ ਵੇਖਦੇ ਹਾਂ ਕਿ ਵਾਅਦੇ ਦੇ ਅਧੀਨ ਭਾਵੇਂ 1 ਸਾਲ ਦੇ ਅੰਦਰ ਅੰਦਰ ਇਹ ਕੱਚਿਆਂ ਤੇ ਪੱਕੇ ਵਾਲੀ ਮੋਹਰ ਲੱਗਦੀ ਹੈ, ਜਾਂ ਫਿਰ ਕੋਈ ਕਾਨੂੰਨੀ ਅੜਿੱਕੇ ਆਉਂਦੇ ਹੈ, ਜਾਂ ਕਾਨੂੰਨੀ ਅੜਿੱਕਿਆਂ ਨੂੰ ਦੂਰ ਕਰਨ ਵਿੱਚ ਕਾਮਯਾਬ ਹੁੰਦੇ ਹੈ ਜਾਂ ਨਹੀਂ। ਇਹ ਸਵਾਲ ਹਾਲੇ ਭਵਿੱਖ ਦੀ ਕੁੱਖ 'ਚ ਪਲ ਰਿਹਾ ਹੈ। ਅਗਲੀ ਖਬਰ ਵੀ ਸੱਚਮੁੱਚ ਕਈ ਵਾਰੀ ਨਾ ਕਈ ਦਿਨੀ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਇਸੇ ਤਰ੍ਹਾਂ ਦੀਆਂ ਖਬਰਾਂ ਮਿਲਦੀਆਂ ਨੇ। ਹੁਣ ਤੁਹਾਨੂੰ ਬਰਨਾਲੇ ਲੈ ਚੱਲਦਾ ਹੈ। ਬਰਨਾਲੇ ਦੇ ਡੀਸੀ ਕੰਪਲੈਕਸ ਦੇ ਅੰਦਰੋਂ ਇੱਕ ਪਟਵਾਰੀ ਦੀ ਲਾਸ਼ ਮਿਲੀ ਅਤੇ ਗਲੀ ਸੜੀ ਪਈ ਸੀ। ਜਦੋਂ ਇਹ ਲਾਸ਼ ਦੀ ਸੂਚਨਾ ਮਿਲੀ ਤਾਂ ਡੀਸੀ ਦਫ਼ਤਰ ਨੂੰ ਪੁਲਿਸ ਨੇ ਮੁਕੰਮਲ ਤੌਰ ਤੇ ਘੇਰ ਲਿਆ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਪਟਵਾਰੀ ਦਾ ਨਾਮ ਹਰਦੀਪ ਸਿੰਘ ਉਰਫ ਹੈਪੀ ਹੈ ਤੇ ਉਮਰ ਤਕਰੀਬਨ 30 ਵਰ੍ਹੇ ਦੱਸੀ ਗਈ ਹੈ। ਬੀਤੇ ਸ਼ੁੱਕਰਵਾਰ ਤੋਂ ਲਾਪਤਾ ਸੀ। ਜਾਣਕਾਰੀ ਦੇ ਅਨੁਸਾਰ ਐਤਵਾਰ ਵਾਲੇ ਦਿਨ ਲਾਸ਼ ਦੀ ਦੂਰ ਤੱਕ ਬਦਬੂ ਫੈਲੀ, ਜਿਸ ਤੋਂ ਬਾਅਦ ਜਾਂਚ ਕਰਨ ਤੇ ਇਹ ਲਾਸ਼ ਬਰਾਮਦ ਕੀਤੀ ਗਈ। ਐਸਐਚਓ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਐਤਵਾਰ ਨੂੰ ਡੀਸੀ ਕੰਪਲੈਕਸ ਦੀ ਪਹਿਲੀ ਮੰਜ਼ਲ ਤੇ ਬਣੇ ਬਾਥਰੂਮ ਦੇ ਵਿੱਚੋਂ ਚੌਕੀਦਾਰ ਜਦੋਂ ਬਾਥਰੂਮ ਵੱਲ ਗਿਆ ਤਾਂ ਬਦਬੂ ਬਹੁਤ ਦੂਰ ਤੱਕ ਆ ਰਹੀ ਸੀ। ਜਦੋਂ ਉਹਨੇ ਅੰਦਰ ਜਾ ਕੇ ਦੇਖਿਆ ਤੇ ਇੱਕ ਲਾਸ਼ ਖੂਨ ਨਾਲ ਲੱਥ-ਪੱਥ ਪਈ ਸੀ ਤਾਂ ਤੁਰੰਤ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਕਹਿੰਦੀ ਇੰਨੀ ਕੁ ਬਦਬੂ ਆ ਰਹੀ ਸੀ, ਅਸੀਂ ਬਾਥਰੂਮ ਦੇ ਵਿੱਚੋਂ ਲਾਸ਼ ਨੂੰ ਬਹੁਤ ਮੁਸ਼ਕਲ ਦੇ ਨਾਲ ਬਾਹਰ ਕੱਢਿਆ। ਪੁਲਿਸ ਨੇ ਮੋਬਾਈਲ ਨੰਬਰ ਦੀ ਲੋਕੇਸ਼ਨ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪਰਿਵਾਰਕ ਜੀਆਂ ਦਾ ਦੱਸਣਾ ਇਹ ਹੈ ਕਿ ਹੈਪੀ 21 ਅਪ੍ਰੈਲ ਤੋਂ ਘਰੋਂ ਲਾਪਤਾ ਸੀ। ਪੂਰੇ ਪਰਿਵਾਰ ਅਤੇ ਪਰਿਵਾਰ ਦੇ ਜੀਅ ਨੂੰ ਤਲਾਸ਼ ਰਹੇ ਸੀ ਅਤੇ ਪੁਲਿਸ ਅਧਿਕਾਰੀ ਲਖਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਪਟਵਾਰੀ ਦਾ ਪਿੰਡ ਪੰਡੋਰੀ ਸੀ। ਸ਼ੱਕੀ ਹਾਲਤ ਦੇ ਵਿੱਚ ਉਸ ਦੀ ਮੌਤ ਹੋਈ ਹੈ। ਪੁਲਿਸ ਕਈ ਐਂਗਲਸ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਾਕੀ ਉਹ ਕਹਿੰਦੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸਹੀ ਤੱਥਾਂ ਦਾ ਪਤਾ ਲੱਗਾ ਕਿ ਕਤਲ ਹੋਇਆ ਇੱਥੇ ਹੀ ਆ, ਕਿਵੇਂ ਹੋਇਆ, ਕਿਉਂ ਹੋਇਆ, ਇਹ ਬਾਅਦ ਦੀਆਂ ਗੱਲਾਂ ਨੇ। ਦੱਸਣਾ ਬਣਦਾ ਕਿ ਡੀਸੀ ਦਫ਼ਤਰ ਦੇ ਵਿੱਚ ਪਟਵਾਰੀ ਦੀ ਲਾਸ਼ ਤਾਂ ਮਿਲਣਾ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲਾਂ ਨੂੰ ਜਨਮ ਦਿੰਦਾ ਹੈ ਕਿ 3-4 ਦਿਨ ਬਾਅਦ ਲਾਸ਼ ਬਰਾਮਦ ਹੋਈ ਹੋਵੇ। ਕੀ 3-4 ਦਿਨ ਉਸ ਬਾਥਰੂਮ ਦੇ ਵਿੱਚ ਕੋਈ ਗਿਆ ਹੀ ਨਹੀਂ? ਕਿਉਂਕਿ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਸਵਾਲ ਨੇ ਕਿ 21 ਤਰੀਕ ਦੇ ਲਾਪਤਾ ਹੋਇਆ ਹੋਵੇ, ਕਈ ਦਿਨ ਲੰਘ ਜਾਣ, ਲਾਸ਼ ਦੀ ਦੂਰ ਤੱਕ ਬਦਬੂ ਆਉਂਦੀ ਹੋਵੇ, ਡੀਸੀ ਕੰਪਲੈਕਸ ਦੇ ਵਿੱਚੋਂ ਬਾਥਰੂਮ ਹੋਵੇ, ਬਾਥਰੂਮ ਦੇ ਵਿੱਚ ਪਟਵਾਰੀ ਦੀ ਲਾਸ਼ ਪਈ ਹੋਵੇ। ਬਹੁਤ ਸਾਰੇ ਸ਼ੰਕੇ ਨੇ, ਬਹੁਤ ਸਾਰੇ ਸਵਾਲ ਨੇ, ਔਰ CCTV ਕੈਮਰੇ ਵੀ ਲੱਗੇ ਹੋਏ ਨੇ। ਹੁਣ ਪਤਾ ਲੱਗੂਗਾ ਕਿ ਕੀ ਬਾਥਰੂਮ ਵਿੱਚ ਗਏ ਤੋਂ ਕਿਸੇ ਨੇ ਉੱਥੇ ਜਾ ਕੇ ਕਤਲ ਕੀਤਾ ਹੈ, ਜਾਂ ਉਸ ਨੂੰ ਮਾਰ ਕੇ ਬਾਹਰ ਲਿਆਂਦਾ, ਉੱਥੇ ਉਹਦੀ ਲਾਸ਼ ਸੁੱਟ ਦਿੱਤੀ ਗਈ, ਜਾਂ ਕੋਈ ਇੱਕ ਵਿਅਕਤੀ ਸੀ ਜਾਂ ਇੱਕ ਤੋਂ ਵੱਧ ਸੀ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਦੇ ਵਿੱਚ ਕਿਹੜੀ ਅਪਡੇਟ ਮਿਲਦੀ ਹੈ। ਨਜਾਇਜ਼ ਧੰਦੇ ਬੜੇ ਹੈ ਔਰ ਹੋਈ ਵੀ ਲਗਾਤਾਰ ਜਾਂਦੇ ਹੈ। ਤੁਹਾਨੂੰ ਯਾਦ ਹੋਣਾ ਕਿ ਸਾਬਕਾ ਮੁੱਖ ਮੰਤਰੀ ਚੰਨੀ ਦੀ ਸਾਲੀ ਦਾ ਮੁੰਡਾ ਹਨੀ 350 ਕਰੋੜ ਰੁਪਈਆ ਕਹਿੰਦੇ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਾ ਗਿਆ। ਨਜਾਇਜ਼ ਬਦਲੀਆਂ ਵੀ ਕਰਾਈ ਜਾਂਦਾ ਸੀ, ਨਜਾਇਜ਼ ਮਾਈਨਿੰਗ ਵੀ ਚੱਲੀ ਜਾਂਦੀ ਸੀ, ਪਰ ਸਰਕਾਰ ਨੇ ਆਖਿਆ ਸੀ ਕਿ ਨਜਾਇਜ਼ ਮਾਈਨਿੰਗ ਅਸੀਂ ਬੰਦ ਕਰਨੀ ਹੈ। ਹੁਣ ਇਹਨੂੰ ਰੋਕਣ ਦੇ ਵਾਸਤੇ ਇੱਕ ਵਿਸ਼ੇਸ਼ ਟੋਲ ਫ੍ਰੀ ਨੰਬਰ ਦਿੱਤਾ ਗਿਆ ਹੈ 1800-180-2422। ਹੁਣ ਇਹ ਨੰਬਰ ਦੇ ਦਿੱਤਾ ਗਿਆ ਹੈ। ਵਿਭਾਗ ਦੇ ਸਕੱਤਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਜਿਹਨੂੰ ਪਤਾ ਹੋਵੇ ਕਿ ਕਿਤੇ ਨਜਾਇਜ਼ ਮਾਈਨਿੰਗ ਹੋ ਰਹੀ ਆ, ਆਹ ਨੰਬਰ ਤੇ ਬਸ ਇੱਕ ਵਾਰੀ ਸ਼ਿਕਾਇਤ ਭੇਜ ਦਿਓ ਤੇ ਬਾਕੀ ਕੰਮ ਮੇਰਾ। ਦੱਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਰੋਕਣ ਦੇ ਵਾਸਤੇ ਇੱਕ ਇਸ ਤਰ੍ਹਾਂ ਦਾ ਨੰਬਰ WhatsApp ਨੰਬਰ ਆ, ਉਹ ਜਾਰੀ ਕੀਤਾ ਸੀ। ਪੰਜਾਬ ਦੇ ਆਮ ਆਦਮੀ ਪਾਰਟੀ ਦੇ ਬੁਲਾਰੇ ਜੈ ਕਿਸ਼ਨ ਸਿੰਘ ਰੂੜੀ, ਵਿਧਾਇਕ ਗੜ੍ਹਸ਼ੰਕਰ ਨੇ ਦੱਸਿਆ ਕਿ ਨੰਬਰ ਜਾਰੀ ਹੋਣ ਦੇ ਨਾਲ ਮਾਈਨਿੰਗ ਮਾਫੀਆ ਨੂੰ ਨੱਥ ਜ਼ਰੂਰ ਪਊਗੀ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਬਹੁਤ ਹੀ ਇਮਾਨਦਾਰ IAS ਅਫਸਰ ਕ੍ਰਿਸ਼ਨ ਕੁਮਾਰ, ਇਹ ਕ੍ਰਿਸ਼ਨ ਕੁਮਾਰ ਉਹੀ ਨੇ ਜਿਹੜੇ ਪਹਿਲਾਂ ਸਿੱਖਿਆ ਵਿਭਾਗ 'ਚ ਹੁੰਦੇ ਸੀ। ਸੱਚਮੁੱਚ ਪਹਿਲਾਂ ਜਿੱਥੇ DC ਰਹੇ, ਜਿੱਥੇ SDM ਰਹੇ, ਇਮਾਨਦਾਰ ਇਹ ਤਾਂ ਰਹੇ, ਪਰ ਲੋਕਾਂ ਨੂੰ ਇਮਾਨਦਾਰੀ ਚੁੱਭਦੀ ਹੈ। ਜਿਸ ਤਰ੍ਹਾਂ ਮੈਂ ਕੱਲ੍ਹ ਆਖਿਆ ਸੀ ਕਿ ਜੁਗਾੜੂ ਰੇੜੀਆਂ ਵਾਲਾ ਫੈਸਲਾ ਸਰਕਾਰ ਨੂੰ ਭਲੇ ਹੀ ਵਾਪਸ ਲੈਣਾ ਪੈ ਗਿਆ ਹੋਵੇ, ਕਿਉਂਕਿ ਲੋਕਤੰਤਰ ਦੇ ਵਿੱਚ ਸਭ ਤੋਂ ਵੱਡਾ ਸਵਾਲ ਵੋਟਾਂ ਦੀ ਤੇ ਸਿਰਾਂ ਦੀ ਗਿਣਤੀ ਹੈ। ਮੈਂ ਇਹ ਵੀ ਆਖਿਆ ਸੀ ਕਿ ਇਹ ਫੈਸਲਾ ਵਾਪਸ ਲੈਣ ਨਾਲ ਉਹ ਕੰਮ ਜਾਇਜ਼ ਨਹੀਂ ਹੋ ਗਿਆ। ਭਾਵੇਂ ਕਿ ਭਗਵੰਤ ਮਾਨ ਨੇ ਆਖ ਦਿੱਤਾ ਕਿ ਲੋਕਾਂ ਨੂੰ ਰੁਜ਼ਗਾਰ ਦੇਣਾ, ਰੁਜ਼ਗਾਰ ਖੋਣਾ ਨਹੀਂ। ਮੈਂ ਕੱਲ੍ਹ ਵੀ ਆਖਿਆ ਸੀ ਕਿ ਉੱਪਰੋਂ ਸ਼ੁਰੂਆਤ ਕੀਤੀ ਜਾਵੇ, ਫਿਰ ਹੇਠਾਂ ਤੱਕ ਆਇਆ ਜਾਵੇ।
ਜੇ ਰੁਜ਼ਗਾਰ ਕਰਨਾ ਤਾਂ ਜਿਹੜੇ ਰੁਜ਼ਗਾਰ ਕਮਰਸ਼ੀਅਲ ਵਾਸਤੇ ਉਸ ਤਰ੍ਹਾਂ ਦੀਆਂ ਢੋਆ ਢੁਆਈ ਵਾਸਤੇ ਚੀਜ਼ਾਂ ਬਣੀਆਂ ਨੇ ਉਹ ਢੋਆ ਢੁਆਈ ਦੇ ਕੰਮਾਂ 'ਚ ਵਰਤੀਆਂ ਜਾਣ, ਜੁਗਾੜ ਨਾ ਲਾਏ ਜਾਣ। ਪਰ ਹੁਣ ਕੌਣ ਕਹੇ ਭਾਈ ਰਾਣੀਏ ਤੂੰ ਅੱਗਾ ਟੱਕ, ਜਿੱਥੇ ਆ ਕੇ ਵੋਟਾਂ ਦਾ ਕੰਮ ਹੋ ਜਾਂਦਾ ਹੈ ਉੱਥੇ ਸਾਨੂੰ ਇਹ ਨਜਾਇਜ਼ ਨੂੰ ਜਾਇਜ਼ ਤੇ ਜਾਇਜ਼ ਨੂੰ ਨਜਾਇਜ਼ ਬਣਾਉਣਾ ਪੈਂਦਾ ਹੈ। ਪਰ ਮੈਂ ਫਿਰ ਕਹਿੰਦਾ ਕਿ ਰੇੜਿਆਂ ਵਾਲੇ ਤੇ ਜੁਗਾੜੂ ਰੇੜੀਆਂ ਵਾਲਿਆਂ ਤੇ ਕਾਰਵਾਈ ਕਰਨ ਤੋਂ ਪਹਿਲਾਂ ਉੱਪਰੋਂ ਸ਼ੁਰੂ ਹੋਵੇ, ਫਿਰ ਇਹ ਵੀ ਕਹਿਣਗੇ ਕਿ ਜੇ ਉੱਪਰ ਵਾਲੇ ਫੜ ਲਏ ਤਾਂ ਬਦਲਣਾ ਸਾਨੂੰ ਵੀ ਪਊ। ਪਰ ਆ ਜਿਹੜੇ IAS ਅਫਸਰ ਕ੍ਰਿਸ਼ਨ ਕੁਮਾਰ ਨੇ ਨਾ, ਇਹ ਸਕੱਤਰ ਲਾਏ ਗਏ ਨੇ ਮਾਈਨਿੰਗ ਵਿਭਾਗ ਦੇ। ਇਹਨਾਂ ਦੀ ਨਿਯੁਕਤੀ ਤੋਂ ਬਾਅਦ ਮਾਫੀਆ ਤੇ ਭ੍ਰਿਸ਼ਟਾਚਾਰ ਅਧਿਕਾਰੀ ਨੱਪੇ ਜਾਣਗੇ, ਕਿਉਂਕਿ ਇਮਾਨਦਾਰੀ ਨਾਲ ਇਹ ਪਹਿਲਾਂ ਵੀ ਕੰਮ ਕਰਦੇ ਰਹੇ ਹੈ। ਰੋਪੜ ਜ਼ਿਲ੍ਹੇ ਦੇ ਵਿੱਚ ਕਈ ਕ੍ਰੈਸ਼ਰ ਬਿਲਕੁਲ ਸੀਲ ਕਰ ਦਿੱਤੇ ਹੈ ਜਿਸ ਦਿਨ ਇਹਨਾਂ ਨੇ ਇਹ ਅਹੁਦਾ ਸੰਭਾਲਿਆ। ਇਹ ਕਹਿੰਦੇ ਕੋਈ ਗੱਲ ਨਹੀਂ, ਆਏ ਹੋਏ ਕੋਈ ਆਉਂਦਿਆਂ ਨੂੰ ਜੀ ਆਇਆਂ ਨੂੰ, ਤੇ ਬਾਕੀ ਕਾਰਵਾਈ ਅਸੀਂ ਪਾਵਾਂਗੇ। ਵੇਖਦੇ ਹਾਂ, ਕਹਿੰਦੇ ਆ ਕਿ 20,000 ਕਰੋੜ ਰੁਪਈਆ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਕਿ ਇਸ ਵਿਭਾਗ ਦੇ ਵਿੱਚੋਂ ਇਕੱਤਰ ਕੀਤਾ ਜਾ ਸਕਦਾ ਹੁੰਦਾ ਜਾਂ ਨਹੀਂ, ਇਹ ਆਉਣ ਵਾਲਾ ਸਮਾਂ ਦੱਸੇਗਾ। ਅਗਲੀ ਖਬਰ ਤੁਹਾਡੇ ਨਾਲ ਕੱਲ ਸਾਂਝੀ ਕੀਤੀ ਸੀ ਕਿ ਚੰਨੀ ਵਾਲੀ ਬੱਕਰੀ ਮੁੜ ਕੇ ਚਰਚਾ 'ਚ। ਅੱਜ ਉਹਦੀ ਇੱਕ ਅਪਡੇਟ ਹੋਰ ਆ ਗਈ ਹੈ। ਪੰਜਾਬ ਦੇ ਵਿੱਚ ਚੰਨੀ ਵਾਲੀ ਬੱਕਰੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਚਰਚਾ 'ਚ ਆਈ ਸੀ, ਕਿਉਂਕਿ ਵਿਧਾਨ ਸਭਾ ਹਲਕਾ ਭਦੌੜ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰੀ ਚੋਣ ਲੜ ਰਹੇ ਸੀ। ਲੰਘਿਆ ਜਾ ਰਿਹਾ ਸੀ ਕਾਫਲਾ, ਦੇਖਦੇ ਆ ਕਿ ਉਧਰ ਬੱਕਰੀਆਂ ਫਿਰਦੀਆਂ ਨੇ, ਕਹਿੰਦੇ ਮਾਰ ਬਰੇਕਾਂ, ਜਾ ਕੇ ਕਹਿੰਦੇ ਬੱਕਰੀ ਚੋਣੀ ਹੈ। ਬੱਕਰੀ ਚੋਈ ਵੀਡੀਓ ਵਾਇਰਲ ਹੋਈ ਤੇ ਜਾਣ ਤੋਂ ਪਹਿਲਾਂ ਪਾਲਾ ਖਾਨ ਜਿਸ ਦੀਆਂ ਬੱਕਰੀਆਂ ਸੀ, ਜਿਸ ਦਾ ਇੱਜੜ ਸੀ, ਉਸਨੂੰ 4,000 ਰੁਪਈਆ ਵੀ ਦਿੱਤਾ ਸੀ। ਪਰ ਜਿਸ ਬੱਕਰੀ ਨੂੰ ਚੋ ਕੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਅਤੇ ਉਸ ਬੱਕਰੀ ਨੇ ਸੁਰਖੀਆਂ ਬਟੋਰੀਆਂ। ਕੱਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਪਾਲਾ ਖਾਨ ਨੇ ਦੱਸਿਆ ਸੀ ਕਿ ਉਹਦੇ ਘਰ 5-6 ਵਿਅਕਤੀ ਆਏ, ਕਹਿੰਦੇ ਚਮਕੌਰ ਸਾਹਿਬ ਤੋਂ ਆਇਆ, ਬੱਕਰੀ ਖਰੀਦਣੀ ਹੈ, ਕਿਹੜੀ ਖਰੀਦਣੀ ਹੈ, ਚੰਨੀ ਵਾਲੀ। 50,000 ਰੁਪਏ ਮੰਗੇ ਸੀ, ਪਰ 21,000 'ਚ ਸੌਦਾ ਹੋ ਗਿਆ ਸੀ। ਤੇ ਸੌਦਾ ਕਰਨ ਵਾਲੇ ਨੇ ਆਪਣਾ ਨਾਮ ਦੱਸਿਆ ਸੀ ਪਰਮਜੀਤ ਸਿੰਘ, ਤੇ ਮੈਂ ਕਿਹਾ ਸੀ ਕਿ ਚਮਕੌਰ ਦਾ ਰਹਿਣ ਵਾਲਾ ਹੈ। ਹੁਣ ਥਾਣੇ 'ਚ ਬੈਠਾ ਪਰਮਜੀਤ। ਪਾਲਾ ਖਾਨ ਨੇ ਇਹ ਵੀ ਦੱਸਿਆ ਸੀ ਕਿ ਬੱਕਰੀ ਜਦੋਂ ਮੈਨੂੰ ਪਤਾ ਲੱਗਿਆ ਵਿਕ ਗਈ, ਸੌਦਾ ਹੋ ਗਿਆ, ਨਵਾਈ ਧਵਾਈ, ਸ਼ਿੰਗਾਰ ਕੀਤਾ, ਝਾਂਜਰਾਂ ਪਾਈਆਂ, ਗਲ 'ਚ ਘੁੰਗਰੂ ਵਾਲਾ ਪਟਾ ਪਾ ਕੇ ਤੋਰਿਆ, ਕਹਿੰਦਾ ਸੀ ਦਿਲ ਉਦਾਸ ਹੈ। ਪਰ ਹੁਣ ਅਗਲੀ ਜਾਣਕਾਰੀ ਇਹ ਹੈ ਕਿ ਪਰਮਜੀਤ ਸ਼ਨਿਚਰਵਾਰ ਤੋਂ ਚਮਕੌਰ ਸਾਹਿਬ ਦੇ ਥਾਣੇ 'ਚ ਬੰਦ ਹੈ। ਜਾਣਕਾਰੀ ਮਿਲੀ ਹੈ ਕਿ ਹੈਲਥ ਡਿਪਾਰਟਮੈਂਟ ਖਰੜ ਦੇ ਵਿੱਚ ਐਂਬੂਲੈਂਸ ਚਲਾਉਂਦਾ ਹੈ ਅਤੇ ਉਹਦੀ ਘਰਵਾਲੀ ਰਣਜੀਤ ਕੌਰ ਸਰਕਾਰੀ ਹਸਪਤਾਲ ਦੇ ਵਿੱਚ ਆਸ਼ਾ ਵਰਕਰ ਹੈ। ਹੁਣ ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀ ਕਿ ਇਹ ਨਹੀਂ ਪਤਾ ਲੱਗਾ ਕਿ ਬੱਕਰੀ ਖਰੀਦੀ ਕਿਉਂ ਹੈ। ਬੈਠਾ ਇਸ ਵਕਤ ਸਲਾਖਾਂ ਦੇ ਪਿੱਛੇ ਆ ਪਰਮਜੀਤ। ਉਹਨੂੰ ਪੁੱਛਿਆ ਕਿ ਤੂੰ ਬੱਕਰੀ ਖਰੀਦ ਕੇ ਲਿਆਇਆ ਬਈ, ਦੱਸ ਕਿਉਂ ਲਿਆਇਆ। ਉਹ ਕਹਿੰਦਾ ਇਹ ਬੱਕਰੀ ਦਾ ਜਦੋਂ ਤੋਂ ਧਾਰ ਚੋਈ ਗਈ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਚੰਨੀ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਸੀ। ਉਹ ਦੁਖੀ ਸੀ ਕਹਿੰਦਾ ਇਸ ਮਸਲੇ ਨੂੰ ਲੈ ਕੇ। ਉਹ ਕਹਿੰਦਾ ਜਿਹਨੇ ਸੂਬੇ ਦਾ ਵਿਕਾਸ ਕਰਵਾਉਣ ਦੇ ਬਾਵਜੂਦ, ਭਾਵ ਚੰਨੀ ਦਾ ਜ਼ਿਕਰ ਕਰ ਰਿਹਾ ਉਹ, ਕਿ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦਾ ਵਿਕਾਸ ਬਹੁਤ ਕਰਵਾਇਆ, ਭਾਵੇਂ ਜ਼ਮੀਨੀ ਪੱਧਰ ਤੇ ਨਹੀਂ, ਬੋਰਡਾਂ ਤੇ ਤਾਂ ਹੋਇਆ ਨਾ। ਉਹ ਕਹਿੰਦਾ ਵਿਕਾਸ ਕਰਵਾਉਣ ਦੇ ਬਾਵਜੂਦ ਚੰਨੀ ਦੇ ਨਾਲ ਜਿਹੜਾ ਵਰਤਾਓ ਹੋ ਰਿਹਾ ਸੀ ਉਹਦੇ ਨਾਲ ਮੇਰੇ ਦਿਲ ਨੂੰ ਠੇਸ ਪਹੁੰਚੀ ਸੀ। ਹੁਣ ਇਹ ਨਹੀਂ ਪਤਾ ਲੱਗ ਰਿਹਾ ਕਿ ਬੱਕਰੀ ਖਰੀਦ ਕੇ ਦਿਲ ਨੂੰ ਠੇਸ ਹਟ ਗਈ ਕਿ ਘਟ ਗਈ। ਉਹ ਕਹਿੰਦੇ ਫਿਰ ਮੈਂ ਸੋਚਿਆ ਕਿ ਉਹ ਬੱਕਰੀ ਮੈਂ ਖਰੀਦ ਕੇ ਲਿਆਵਾਂ। ਥਾਣੇਦਾਰ ਜਰਨੈਲ ਸਿੰਘ ਕਹਿੰਦੇ ਪਰਮਜੀਤ ਦਾ ਦਰਅਸਲ ਇਹ ਬੱਕਰੀ ਕਰਕੇ ਨਹੀਂ ਗ੍ਰਿਫਤਾਰੀ ਹੋਈ, ਉਹਦਾ ਆਪਣੇ ਭਰਾ ਦੇ ਨਾਲ ਝਗੜਾ ਹੋ ਗਿਆ, 57 ਹੋ ਗਈ ਹੈ ਤੇ SDM ਚਮਕੌਰ ਸਾਹਿਬ ਕੋਲ ਪੇਸ਼ ਕਰਕੇ ਉਹਦੀ ਜ਼ਮਾਨਤ ਹੁਣ ਕਰਵਾਈ ਜਾਊ। ਤੇ ਐਤਵਾਰ ਹੋਣ ਕਰਕੇ ਪਰਮਜੀਤ ਦੀ ਜ਼ਮਾਨਤ ਨਹੀਂ ਹੋ ਸਕੀ ਤੇ ਰਾਤ ਉਹਨੂੰ ਜੇਲ੍ਹ ਦੇ ਵਿੱਚ ਕੱਟਣੀ ਪਈ ਹੈ। ਹੁਣ ਸਵਾਲ ਤਾਂ ਇਹ ਹੁੰਦਾ ਕਿ ਬੱਕਰੀ ਦੀ ਕਿਸਮਤ ਕਦੇ ਸਮਝੋ ਚੰਗੀ ਤੇ ਕਦੇ ਮਾੜੀ। ਪਾਲਾ ਖਾਨ ਦੱਸਦਾ ਕਿ ਜਦੋਂ ਤੋਂ ਬੱਕਰੀ ਦੀ ਧਾਰ ਚੋਗੇ ਸੀ ਚਰਨਜੀਤ ਸਿੰਘ ਚੰਨੀ, ਲੋਕ ਇਹਦੇ ਨਾਲ ਸੈਲਫੀਆਂ ਖਿਚਾਉਣ ਆਉਂਦੇ ਸੀ, ਫੋਟੋਆਂ ਖਿਚਾਉਣ ਆਉਂਦੇ ਸੀ। ਸਾਡੇ ਘਰ ਦੀਆਂ ਮਹਿਲਾਵਾਂ ਵੀ ਜਦ ਕਿਹਾ ਜਾਂਦਾ ਸੀ ਧਾਰ ਚੋਲੋ, ਪੁੱਛਦੀ ਸੀ ਕਿਹਦੀ, ਚੰਨੀ ਵਾਲੀ ਬੱਕਰੀ ਦੀ ਕਹਿ ਕੇ। ਪਰ ਹੁਣ ਉਹਨੇ ਬੱਕਰੀ ਲਿਆ ਕੇ ਕਿੱਲੇ ਤੇ ਬੰਨ੍ਹ ਦਿੱਤੀ ਤੇ ਆਪ ਥਾਣੇ ਬੈਠਾ, ਬੱਕਰੀ ਵਿਚਾਰੀ ਭੁੱਖੀ ਖੜੀ ਹੈ ਕਿਉਂਕਿ ਬੱਕਰੀ ਨੂੰ ਤੁੱਕੇ ਚਰਨ ਦੀ ਆਦਤ ਹੈ। ਉਹ ਤਾਂ ਇੱਜੜ ਦੇ ਵਿੱਚ ਰੋਜ਼ ਬਾਹਰ ਜਾਂਦੀ ਸੀ। ਹੁਣ ਸਵਾਲ ਇਹ ਵੀ ਹੈ ਕਿ ਬੱਕਰੀ ਕਿੱਲੇ ਤੇ ਬੰਨ੍ਹ ਕੇ ਰੱਖੂਗਾ ਜਾਂ ਫਿਰ ਉਹਨੂੰ ਬਾਹਰ ਚਾਰਨ ਵੀ ਲੈ ਕੇ ਜਾਇਆ ਕਰੂ। ਪਰ ਹਾਲੇ ਅੰਦਰ ਬੈਠਾ, ਜ਼ਮਾਨਤ ਹੋਈ ਨਹੀਂ। ਇੱਕ ਵਾਰੀ ਫਿਰ ਤੋਂ ਚੰਨੀ ਤੇ ਚੰਨੀ ਦੀ ਬੱਕਰੀ ਚਰਚਾ 'ਚ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ
ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਬਰਾਖਾ।